ਸਾਰਿਆਂ ਨੂੰ ਜੈ ਮਸੀਹ ਦੀ। ਪ੍ਰਭੂ ਯੀਸ਼ੂ ਦੀ ਸ਼ਾਂਤੀ ਤੁਹਾਡੇ ਮਨ 'ਚ ਹਮੇਸ਼ਾ ਬਣੀ ਰਹੇ। ਅੱਜ ਦਾ ਵਚਨ ਸ਼ੁਰੂ ਕਰਨ ਤੋਂ ਪਹਿਲਾਂ ਆਓ ਅਸੀਂ ਪ੍ਰਾਰਥਨਾ ਕਰੀਏ। ਮਹਾਨ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ, ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ, ਤੁਹਾਡੀ ਮਹਿਮਾ ਕਰਦਾ ਜ਼ਿੰਦਾ ਖੁਦਾ। ਤੂੰ ਸੱਚਮੁੱਚ ਬੜਾ ਮਹਾਨ ਹੈ ਪਿਤਾ ਪਰਮੇਸ਼ਵਰ ਜੀ। ਤੂੰ ਸਾਨੂੰ ਇੱਕ ਵਾਰੀ ਫੇਰ ਮੌਕਾ ਦਿੱਤਾ ਕਿ ਤੁਹਾਡੇ ਕਲਾਮ ਨੂੰ ਸਾਂਝਾ ਕਰ ਸਕੀਏ ਪਿਤਾ ਪਰਮੇਸ਼ਵਰ ਜੀ। ਅੱਜ ਦਾ ਕਲਾਮ ਸਾਡੀ ਜ਼ਿੰਦਗੀ ਵਿੱਚ ਔਰ ਵੇਖਣ ਵਾਲੇ ਦੀ ਜ਼ਿੰਦਗੀ ਵਿੱਚ ਆਸ਼ੀਸ਼ ਔਰ ਬਰਕਤ ਦਾ ਕਾਰਨ ਬਣੇ। ਪ੍ਰਭੂ ਯੀਸ਼ੂ ਦੇ ਪਵਿੱਤਰ ਨਾਮ 'ਚ ਮੰਗਦਾ, ਆਮੀਨ। ਅੱਜ ਦਾ ਵਚਨ ਅਸੀਂ ਸ਼ੁਰੂ ਕਰਾਂਗੇ ਰੂਤ ਦੀ ਕਿਤਾਬ, ਪੁਰਾਣੇ ਨੇਮ ਦੇ ਵਿੱਚ ਰੂਤ ਦੀ ਕਿਤਾਬ ਹੈ, ਉਹਦਾ ਇੱਕ ਅਧਿਆਇ। ਅਗਰ ਅਸੀਂ ਉਹਨੂੰ ਇੱਕ ਅਧਿਆਇ ਇੱਕ ਆਇਤ ਤੋਂ ਪੜਾਂਗੇ। ਨਿਆਂਇਆਂ ਦੇ ਰਾਜ ਦੇ ਸਮੇਂ ਵਿੱਚ ਅਜਿਹਾ ਹੋਇਆ ਜੋ ਉਸ ਦੇਸ਼ ਵਿੱਚ ਕਾਲ ਪੈ ਗਿਆ ਅਤੇ ਬੈਤਲਹਿਮ ਯਹੂਦਾ ਦਾ ਇੱਕ ਮਨੁੱਖ ਆਪਣੀ ਤੀਵੀਂ ਅਤੇ ਦੋਹਾਂ ਪੁੱਤਰਾਂ ਸਣੇ ਮੋਆਬ ਦੇ ਦੇਸ਼ ਵਿੱਚ ਵਸਣ ਨੂੰ ਚਲਿਆ। ਉਸ ਮਨੁੱਖ ਦਾ ਨਾਮ ਅਲੀ ਮਲਕ ਅਤੇ ਉਹਦੀ ਤੀਵੀ ਦਾ ਨਾਮ ਨਾਓਮੀ ਸੀ, ਔਰ ਉਹਦੇ ਪੁੱਤਰਾਂ ਦੇ ਨਾਮ ਮਹਿਲੋਨ ਅਤੇ ਕਿਲਿਓਨ ਸਨ। ਇਹ ਬੈਤਲਹਿਮ ਯਹੂਦਾ ਦੇ ਇਫਰਾਤੀ ਸਨ, ਸੋ ਉਹ ਮੋਆਬ ਦੇ ਦੇਸ਼ ਵਿੱਚ ਆਣ ਕੇ ਉੱਥੇ ਰਹੇ। ਬਾਈਬਲ ਕੀ ਦੱਸਦੀ ਹੈ ਕਿ ਨਿਆਂਇਆਂ ਦੇ ਰਾਜ ਦੇ ਵਿੱਚ, ਜਦੋਂ ਨਿਆਂਈ ਹੁੰਦੇ ਸੀ, ਰਾਜੇ ਨਹੀਂ ਸੀ ਹੁੰਦੇ, ਉਸ ਸਮੇਂ ਦੀ ਗੱਲ ਆ ਕਿ ਦੇਸ਼ ਵਿੱਚ ਕਾਲ ਪੈ ਗਿਆ। ਇਹ ਉਸ ਦੇਸ਼ ਦੀ ਗੱਲ ਕੀਤੀ ਗਈ ਹੈ। ਲਿਖਿਆ ਬੈਤਲਹਿਮ ਯਹੂਦਾ ਦਾ ਬੈਤਲਹਿਮ, ਯਹੂਦਾ ਸ਼ਹਿਰ ਦਾ ਬੈਤਲਹਿਮ, ਜਿੱਥੇ ਪ੍ਰਭੂ ਯੀਸ਼ੂ ਮਸੀਹ ਦਾ ਜਨਮ ਹੋਇਆ। ਰਾਜਾ ਦਾਊਦ ਵੀ ਉੱਥੇ ਰਾਜ ਕੀਤਾ ਉਹਨੇ। ਔਰ ਉੱਥੋਂ ਦਾ ਇੱਕ ਮਨੁੱਖ ਆ ਅਲੀ ਮਲਕ, ਉਹਦੀ ਇੱਕ ਤੀਵੀਂ ਆ ਨਾਓਮੀ, ਔਰ ਉਹਦੇ ਦੋ ਬੱਚੇ ਆ, ਦੋ ਬੇਟੇ ਆ। ਬਾਈਬਲ ਕਹਿੰਦੀ ਹੈ ਕਿ ਉੱਥੇ ਕਾਲ ਪੈ ਗਿਆ, ਉਸ ਦੇਸ਼ ਵਿੱਚ ਕੀ ਪੈ ਗਿਆ? ਕਾਲ ਪੈ ਗਿਆ। ਅਤੇ ਬੈਤਲਹਿਮ ਯਹੂਦਾ ਦਾ ਇੱਕ ਮਨੁੱਖ ਆਪਣੀ ਤੀਵੀਂ ਦੇ ਦੋਹਾਂ ਪੁੱਤਰਾਂ ਸਣੇ ਮੁਆਬ ਦੇ ਦੇਸ਼ ਵਿੱਚ ਵਸਣ ਨੂੰ ਚਲਿਆ ਗਿਆ। ਯਹੂਦਾ ਨੂੰ ਛੱਡ ਕੇ, ਬੈਤਲਹਿਮ ਨੂੰ ਛੱਡ ਕੇ ਉਹ ਮੁਆਬ ਦੇਸ਼ ਵਿੱਚ ਚਲਾ ਜਾਂਦਾ ਹੈ। ਬਾਈਬਲ ਇਦਾਂ ਦੱਸਦੀ ਹੈ। ਔਰ ਉਸ ਮਨੁੱਖ ਦਾ ਨਾਮ ਅਲੀ ਮਲਕ ਆ ਅਤੇ ਉਹਦੀ ਤੀਵੀ ਦਾ ਨਾਮ ਨਾਓਮੀ ਸੀ, ਔਰ ਉਹਦੇ ਪੁੱਤਰਾਂ ਦੇ ਨਾਮ ਮਹਿਲੋਨ ਅਤੇ ਕਿਲਿਓਨ ਸਨ। ਇਹ ਬੈਤਲਹਿਮ ਯਹੂਦਾ ਦੇ ਇਫਰਾਤੀ ਸਨ, ਸੋ ਉਹ ਮੁਆਬ ਦੇ ਦੇਸ਼ ਵਿੱਚ ਆਣ ਕੇ ਉੱਥੇ ਰਹੇ। ਕਾਲ ਪੈਣ ਤੋਂ ਬਾਅਦ ਉਹ ਆਪਣਾ ਪੂਰਾ ਪਰਿਵਾਰ ਲੈ ਕੇ ਮੁਆਬ ਦੇਸ਼ ਵਿੱਚ ਚਲਾ ਗਿਆ ਔਰ ਉੱਥੇ ਜਾ ਕੇ ਟਿਕਿਆ। ਨਾਓਮੀ ਦਾ ਪਤੀ ਅਲੀ ਮਲਕ ਮਰ ਗਿਆ। ਹੁਣ ਕੀ ਹੁੰਦਾ ਹੈ ਕਿ ਉੱਥੇ ਜਾਣ ਤੋਂ ਬਾਅਦ ਨਾਓਮੀ, ਜੋ ਔਰਤ ਦਾ ਨਾਮ ਦਿੱਤਾ ਗਿਆ, ਉਹਦਾ ਘਰ ਵਾਲੇ ਦੀ ਡੈਥ ਹੋ ਜਾਂਦੀ ਹੈ। ਅਤੇ ਉਹ ਔਰ ਉਹਦੇ ਦੋਵੇਂ ਪੁੱਤਰ ਰਹਿ ਗਏ। ਉਹਨਾਂ ਦੋਹਾਂ ਨੇ ਮੁਆਬ ਦੀਆਂ ਤੀਵੀਆਂ ਵਿੱਚੋਂ ਵਹੁਟੀਆਂ ਵਿਆਹੀਆਂ। ਇੱਕ ਦਾ ਨਾਮ ਆਰਪਾ ਅਤੇ ਦੂਜੀ ਦਾ ਨਾਮ ਰੂਤ ਸੀ, ਅਤੇ ਉਹ 10 ਕੁ ਵਰੇ ਉੱਥੇ ਰਹੇ। ਉਹਦੇ ਪਤੀ, ਨਾਓਮੀ ਦੇ ਪਤੀ ਦੀ, ਅਲੀ ਮਲਕ ਦੀ ਡੈਥ ਹੋਣ ਤੋਂ ਬਾਅਦ ਉਸਦੇ ਦੋਵਾਂ ਪੁੱਤਰਾਂ ਦੇ ਵਿਆਹ ਹੋਏ ਆ। ਉਹ ਦੋਵਾਂ ਨੇ ਮੁਆਬ ਦੀਆਂ ਕੁੜੀਆਂ ਦੇ ਨਾਲ ਵਿਆਹ ਕਰਾਏ ਆ। ਲਗਭਗ 10 ਸਾਲ ਉੱਥੇ ਰਹੇ ਆ। ਉਹਨਾਂ ਦੀ ਕੋਈ ਔਲਾਦ ਨਹੀਂ ਹੋਈ। ਇਹਦੇ ਪਿੱਛੋਂ ਮਹਿਲੋਨ ਅਤੇ ਕਿਲਿਓਨ ਦੋਵੇਂ ਮਰ ਗਏ। 10 ਸਾਲ ਦੇ ਬਾਅਦ ਕੀ ਹੁੰਦਾ ਹੈ ਕਿ ਉਹ ਦੋਵੇਂ ਹੀ ਬੇਟੇ ਉਹਨਾਂ ਦੇ ਮਰ ਜਾਂਦੇ। ਅਤੇ ਸੋ ਉਹ ਤੀਵੀਂ ਆਪਣੇ ਦੋਹਾਂ ਪੁੱਤਰਾਂ ਦੇ ਪਤੀ ਕੋਲੋਂ ਇਕੱਲੀ ਛੱਡੀ ਗਈ। ਹੁਣ ਉਹ ਔਰਤ ਜਿਹੜੇ ਉੱਥੇ ਪੂਰੇ ਪਰਿਵਾਰ ਸਣੇ, ਬੈਤਲਹਿਮ ਤੋਂ ਪੂਰੇ ਪਰਿਵਾਰ ਸਣੇ ਮੁਆਬ ਦੇਸ਼ ਵਿੱਚ ਰਹਿਣ ਵਾਸਤੇ ਆਈ ਸੀ, ਉਹਦਾ ਪਤੀ ਵੀ ਮਰ ਗਿਆ, ਉਹਦੇ ਦੋਵੇਂ ਬੇਟੇ ਮਰ ਗਏ। ਹੁਣ ਉਹ ਇਕੱਲੀ ਛੱਡੀ ਗਈ ਆ, ਨਾਲ ਉਹਦੇ ਦੋ ਨੂੰਹਾਂ। ਬੈਤਲਹਿਮ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦਾ ਸਥਾਨ ਹੈ। ਉਹ ਪਵਿੱਤਰ ਸ਼ਹਿਰ ਹੈ। ਔਰ ਪਰਮੇਸ਼ਵਰ ਦਾ ਚੁਣਿਆ ਹੋਇਆ ਦੇਸ਼। ਔਰ ਉਥੋਂ
ਉਹ ਮੁਆਬ ਦੇਸ਼ ਨੂੰ ਚਲੇ ਜਾਂਦੇ ਆ। ਮੁਆਬ ਦੇਸ਼ ਮੁਆਬੀ ਕੌਮ ਉਥੋਂ ਬਣੀ ਆ। ਜੋ ਲੂਤ ਜਦੋਂ ਆਪਣੀਆਂ ਬੇਟੀਆਂ ਦੇ ਨਾਲ ਉਥੋਂ ਨਿਕਲੇ ਔਰ ਗੁਫਾ ਦੇ ਵਿੱਚ ਚਲੇ ਗਏ ਆ, ਔਰ ਉਹਦੀਆਂ ਬੇਟੀਆਂ ਨੇ ਦੇਖਿਆ ਕਿ ਇੱਥੇ ਕੋਈ ਮਨੁੱਖ ਨਹੀਂ ਆ, ਔਰ ਆਪਣੀ ਦੋਵਾਂ ਬੇਟੀਆਂ ਨੇ ਸਲਾਹ ਕੀਤੀ ਕਿ ਅਸੀਂ ਆਪਣੇ ਪਿਤਾ ਦੇ ਨਾਲ ਸੋਈਏ ਔਰ ਅੰਸ਼ ਨੂੰ ਵਧਾਈਏ। ਔਰ ਉਹਨਾਂ ਦੀ ਲੂਤ ਦੀ ਵੱਡੀ ਧੀ ਉਹਦਾ ਜੋ ਬੇਟਾ ਆ, ਉਹਨਾਂ ਨੇ ਉਹਦਾ ਨਾਮ ਮੁਆਬ ਰੱਖਿਆ ਸੀ, ਜੋ ਕਿ ਲੂਤ ਤੋਂ ਹੀ ਪੈਦਾ ਹੋਇਆ ਸੀ। ਔਰ ਉਸ ਤੋਂ ਹੀ ਮੁਆਬ ਦੇਸ਼ ਦੀ ਉਤਪਤੀ ਹੋਈ, ਔਰ ਮੁਆਬੀਆਂ ਦੀ ਵੀ ਉਸ ਤੋਂ ਹੀ ਉਤਪਤੀ, ਮੁਆਬੀ ਕੌਮ ਉਸ ਤੋਂ ਹੀ ਬਣਦੀ ਹੈ, ਜੋ ਕਿ ਦੇਵਤਿਆਂ ਦਾ ਸ਼ਹਿਰ ਆ, ਜਿੱਥੇ ਮੂਰਤੀ ਪੂਜਾ ਹੁੰਦੀ ਹੈ। ਉੱਥੇ ਪਰਮੇਸ਼ਵਰ ਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ, ਪਰਮੇਸ਼ਵਰ ਨੂੰ ਉੱਥੇ ਨਹੀਂ ਮੰਨਿਆ ਜਾਂਦਾ, ਉੱਥੇ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਹੈ, ਜੋ ਕਿ ਸ਼ੈਤਾਨ ਦਾ ਗੜ੍ਹ ਹੈ। ਹੁਣ ਇਹ ਪੂਰਾ ਪਰਿਵਾਰ ਪਰਮੇਸ਼ਵਰ ਦੇ ਪਵਿੱਤਰ ਸ਼ਹਿਰ ਵਿੱਚੋਂ ਨਿਕਲ ਕੇ ਉਸ ਦੇਸ਼ ਵਿੱਚ ਵਸਣ ਵਾਸਤੇ ਆ ਗਏ ਆ, ਜਿੱਥੇ ਮੂਰਤੀ ਪੂਜਾ ਹੁੰਦੀ ਹੈ, ਜਿੱਥੇ ਕਿ ਪਰਮੇਸ਼ਵਰ ਦੇ ਵਿਰੁੱਧ ਕੰਮ ਕੀਤਾ ਜਾਂਦਾ ਹੈ। ਦਰਅਸਲ ਹੋਇਆ ਕਿ ਉੱਥੇ ਅਕਾਲ ਪੈ ਗਿਆ, ਔਰ ਇਹ ਪੂਰਾ ਪਰਿਵਾਰ ਉੱਥੋਂ ਨਿਕਲ ਕੇ ਆ ਗਿਆ ਕਿਉਂਕਿ ਉੱਥੇ ਅਕਾਲ ਪੈ ਗਿਆ ਸੀ। ਪਰ ਅੱਗੇ ਇੱਕ ਚੀਜ਼ ਅਸੀਂ ਇਹਦੇ ਵਿੱਚੋਂ ਹੀ ਪੜ੍ਹਦੇ ਹਾਂ, ਰੂਥ ਦਾ 1 ਤੋਂ 1:19। ਇੱਥੇ ਲਿਖਿਆ ਕਿ ਜਦੋਂ ਇਸ ਕਹਾਣੀ ਵਿੱਚ ਅੱਗੇ ਰੂਥ ਨੌਮੀ ਆਪਣੀਆਂ ਇੱਕ ਨੂੰ ਰੂਥ ਦੇ ਨਾਲ ਜਦੋਂ ਵਾਪਸ ਆਉਂਦੀ ਆ, ਤਾਂ ਉੱਥੇ ਉਸ ਦੇਸ਼ ਵਿੱਚ ਜਿੱਥੋਂ ਉਹ ਨਿਕਲ ਕੇ ਗਈ, ਜਿੱਥੇ ਕਾਲ ਪਿਆ ਸੀ, ਉਸ ਦੇਸ਼ ਵਿੱਚ ਜਦੋਂ ਵਾਪਸ ਆਉਂਦੀ ਹੈ ਤਾਂ ਉੱਥੇ ਲੋਕ ਰਹਿ ਰਹੇ, ਜਿੱਦਾਂ ਕਿ ਕਾਲ ਵਿੱਚ ਵੀ ਲੋਕ ਉੱਥੋਂ ਵਾਪਸ ਗਏ ਨਹੀਂ, ਕਿਤੇ ਬਾਹਰ ਨਹੀਂ ਗਏ, ਉੱਥੋਂ ਦੇ ਲੋਕ ਵੀ ਉੱਥੇ ਰਹਿ ਰਹੇ। ਪਰ ਇਹ ਕਾਲ ਜਦੋਂ ਇਹਨਾਂ ਨੇ ਵੇਖਿਆ ਕਾਲ ਪੈ ਗਿਆ, ਉੱਥੋਂ ਨਿਕਲ ਕੇ ਤੇ ਦੂਜੇ ਦੇਸ਼ ਵਿੱਚ ਚਲੇ ਗਏ। 1:19 ਵਿੱਚ ਜਦੋਂ ਪੜ੍ਹਦੇ ਆ, ਉੱਚ ਲਿਖਿਆ ਕਿ ਸੋ ਉਹ ਦੋਵੇਂ ਤੁਰ ਪਈਆਂ ਇੱਥੋਂ ਤੋੜੀ ਜੋ ਬੈਤਲਹਿਮ ਵਿੱਚ ਆਈਆਂ। ਜਦੋਂ ਬੈਤਲਹਿਮ ਵਿੱਚ ਵਾਪਸ ਆਈਆਂ, ਜਦ ਉਹ ਬੈਤਲਹਿਮ ਵਿੱਚ ਆ ਵੜੀਆਂ ਤਾਂ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਤੇ ਤੀਵੀਆਂ ਬੋਲੀਆਂ ਕਿ ਇਹ ਨੌਮੀ ਹੈ। ਉਸ ਨੇ ਉਹਨਾਂ ਆਖਿਆ ਕਿ ਉਹਨਾਂ ਨੇ ਕਿਹਾ ਕਿ ਸਾਰੀਆਂ ਤੀਵੀਆਂ ਬੋਲੀਆਂ ਕਿ ਇਹ ਨੌਮੀ ਹੈ। ਮੈਂ ਕਿ ਸ਼ਹਿਰ ਵਿੱਚ ਲੋਕੀ ਰਹਿ ਰਹੇ ਆ, ਜਿਸ ਕਾਲ ਵਿੱਚ ਕਾਲ ਪਿਆ ਸੀ ਉਸੇ ਸ਼ਹਿਰ ਵਿੱਚ ਲੋਕੀ ਰਹਿ ਰਹੇ ਆ, ਪਰ ਇਹਨਾਂ ਨੇ ਕਾਲ ਦੇ ਡਰ ਤੋਂ ਪੂਰਾ ਪਰਿਵਾਰ ਉੱਥੋਂ ਨਿਕਲ ਕੇ ਚਲਾ ਗਿਆ। ਜਦੋਂ ਅਸੀਂ ਵੇਖਦੇ ਹਾਂ ਕਿ ਜਦੋਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬਣੇ ਆ, ਔਰ ਪਰ ਫਿਰ ਵੀ ਪ੍ਰੀਖਿਆਵਾਂ ਆਉਂਦੀਆਂ। ਇੱਥੇ ਕਾਲ ਪਿਆ, ਉਹਨਾਂ ਦੇ ਜੀਵਨ 'ਚ ਪ੍ਰੀਖਿਆ ਆਈ, ਔਰ ਉਹ ਪ੍ਰੀਖਿਆ ਤੋਂ ਨਿਕਲਣ ਵਾਸਤੇ ਉਹਨਾਂ ਸੌਖਾ ਤਰੀਕਾ ਨਿਕਲਿਆ ਕਿ ਅਸੀਂ ਇਸ ਦੇਸ਼ ਵਿੱਚੋਂ ਬਾਹਰ ਨਿਕਲ ਜੀ। ਸਾਡੇ ਜੀਵਨ ਵਿੱਚ ਵੀ ਇਦਾਂ ਹੁੰਦਾ ਹੈ ਕਿ ਜਦੋਂ ਪ੍ਰੀਖਿਆ ਆਉਂਦੀ ਹੈ, ਕਈ ਲੋਕ ਉਸ ਪ੍ਰੀਖਿਆ ਨੂੰ ਝੱਲ ਨਹੀਂ ਪਾਉਂਦੇ, ਉਹ ਕੋਈ ਸੌਖਾ ਤਰੀਕਾ ਲੱਭਦੇ ਆ ਕਿ ਇਸ ਪ੍ਰੀਖਿਆ ਤੋਂ ਅਸੀਂ ਬਾਹਰ ਨਿਕਲੀਏ। ਉਸ ਪ੍ਰੀਖਿਆ ਚੋਂ ਬਾਹਰ ਨਿਕਲਣ ਦੇ ਵਾਸਤੇ ਕਈ ਵਾਰੀ ਕੀ ਹੁੰਦਾ ਕਿ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਤੋਂ ਦੂਰ ਚਲੇ ਜਾਂਦੇ ਹਾਂ। ਜਿੱਦਾਂ ਉਹ ਪਰਮੇਸ਼ਵਰ ਦੇ ਪਵਿੱਤਰ ਸ਼ਹਿਰ ਤੋਂ ਦੂਰ ਚਲੇ ਗਏ, ਪਰਮੇਸ਼ਵਰ ਦੀ ਹਜ਼ੂਰੀ ਤੋਂ ਬਾਹਰ ਨਿਕਲ ਆਏ, ਔਰ ਉਸ ਜਗ੍ਹਾ ਤੇ ਚਲੇ ਗਏ ਜਿੱਥੇ ਪਰਮੇਸ਼ਵਰ ਦੀ ਹਜ਼ੂਰੀ ਨਹੀਂ, ਜਿੱਥੇ ਦੇਵਤਿਆਂ ਨੂੰ ਮੰਨਿਆ ਜਾਂਦਾ ਹੈ, ਵੱਖ-ਵੱਖ ਦੇਵਤਿਆਂ ਨੂੰ ਮੰਨਿਆ ਜਾਂਦਾ ਹੈ, ਮੂਰਤੀ ਪੂਜਾ ਕੀਤੀ ਜਾਂਦੀ ਹੈ, ਪਰਮੇਸ਼ਵਰ ਨੂੰ ਆਦਰ ਨਹੀਂ ਦਿੱਤਾ ਜਾਂਦਾ। ਉਸ ਜਗ੍ਹਾ ਵਿੱਚ ਆ ਕੇ ਤੇ ਉਹਨਾਂ ਲੋਕਾਂ ਵਿੱਚ ਹੀ ਰਹਿ ਰਹੇ, ਉਹਨਾਂ ਲੋਕਾਂ ਦੀਆਂ ਤੀਵੀਆਂ ਦੇ ਨਾਲ ਹੀ ਉਹਨਾਂ ਬੇਟਿਆਂ ਦੇ ਵਿਆਹ ਕਰਵਾਏ, ਜਦੋਂ ਕਿ ਪਰਮੇਸ਼ਵਰ ਨੇ ਸਖਤ ਮਨਾ ਕੀਤਾ ਹੈ ਕਿ ਤੁਸੀਂ ਆਪਣਿਆਂ ਰਿਸ਼ਤੇਦਾਰਾਂ ਜਾਂ ਆਪਣੀ ਕੌਮਾਂ ਵਿੱਚ ਹੀ ਵਿਆਹ ਕਰਾਉਣਾ। ਕਿਤੇ ਨਾ ਕਿਤੇ ਇਹ ਚੀਜ਼ ਉਹਨਾਂ ਵਾਸਤੇ ਦੁੱਖ ਵਾਲੀ ਹੋਈ ਕਿ ਜਦੋਂ ਪਰਮੇਸ਼ਵਰ ਦੀ ਹਜ਼ੂਰੀ ਤੋਂ ਬਾਹਰ ਨਿਕਲੇ ਆ ਤਾਂ ਉਹਨਾਂ ਉੱਤੇ ਬਿਪਤਾ ਪਈ। ਪਹਿਲਾਂ ਉਹਦਾ ਘਰ ਵਾਲਾ ਮਰਿਆ, ਫਿਰ ਉਹਦੇ ਦੋਵੇਂ ਬੇਟੇ ਮਰ ਗਏ, ਔਰ ਇੱਥੋਂ ਤੱਕ ਕਿ 10 ਸਾਲ ਤੋਂ ਬਾਅਦ ਦੋਵਾਂ ਦੇ ਕੋਈ ਬੇਟਾ ਵੀ ਨਹੀਂ ਹੋਇਆ, ਕੋਈ ਬੱਚਾ ਵੀ ਨਹੀਂ ਹੋਇਆ ਉਹਨਾਂ ਦੋਵਾਂ ਦੇ, ਔਰ ਨੌਮੀ ਇਕੱਲੀ ਹੀ ਰਹਿ ਗਈ ਉੱਥੇ। ਜਦੋਂ ਅਸੀਂ ਇਹਦਾ 1:22 ਵਿੱਚ ਪੜ੍ਹਦੇ ਹਾਂ, 1:21 ਵਿੱਚ, ਉੱਥੇ ਨੌਮੀ ਕਹਿੰਦੀ ਕਿ ਮੈਂ ਭਰੀ ਪਲੀ ਨਿਕਲੀ ਸੀ, ਪਰ ਯਹੋਵਾ ਮੈਨੂੰ ਸੱਖਣੀ ਮੋੜ ਲਿਆ ਹੈ। ਫਿਰ ਤੁਸੀਂ ਮੈਨੂੰ ਨੌਮੀ ਕਿਉਂ ਆਖਦੀਆਂ ਹੋ?
ਤੁਸੀਂ ਵੇਖਦੇ ਹੋ ਜੋ ਯਹੋਵਾ ਮੇਰਾ ਵਿਰੋਧੀ ਬਣਿਆ ਤੇ ਸਰਵ ਸ਼ਕਤੀਮਾਨ ਨੇ ਮੈਨੂੰ ਦੁੱਖ ਦਿੱਤਾ। ਨੌਮੀ ਕਹਿੰਦੀ ਹੈ ਕਿ ਸਰਵ ਸ਼ਕਤੀਮਾਨ ਨੇ ਮੈਨੂੰ ਦੁੱਖ ਦਿੱਤਾ। ਕਿਤੇ ਨਾ ਕਿਤੇ ਉਹ ਆਪਣੇ ਮਨ ਵਿੱਚ ਉਹਨੂੰ ਇਸ ਚੀਜ਼ ਦੀ ਸਮਝ ਆ ਗਈ ਸੀ ਕਿ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਤੋਂ ਬਾਹਰ ਹੋਏ ਹਾਂ ਤੇ ਪਰਮੇਸ਼ਵਰ ਨੇ ਸਾਡੇ ਨਾਲ ਇਦਾਂ ਕੀਤਾ। ਪਰ ਇੱਕ ਗੱਲ ਹੈ ਕਿ ਪਰਮੇਸ਼ਵਰ ਕਦੀ ਕਿਸੇ ਕੋ ਜ਼ਬਰਦਸਤੀ ਆਪਣੀ ਆਰਾਧਨਾ ਨਹੀਂ ਕਰਵਾਉਂਦਾ। ਜਦੋਂ ਅਸੀਂ ਖੁਦ ਪਰਮੇਸ਼ਵਰ ਦੀ ਹਜ਼ੂਰੀ ਤੋਂ ਬਾਹਰ ਹੁੰਨੇ ਔਰ ਪਰਮੇਸ਼ਵਰ ਜ਼ਬਰਦਸਤੀ ਕਦੀ ਕਿਸੇ ਕੋ ਖਿੱਚ ਕੇ ਆਪਣੀ ਆਰਾਧਨਾ ਨਹੀਂ ਕਰਵਾਉਂਦਾ। ਜਦੋਂ ਅਸੀਂ ਖੁਦ ਪਰਮੇਸ਼ਵਰ ਦੀ ਹਜ਼ੂਰੀ ਤੋਂ ਬਾਹਰ ਹੁੰਨੇ ਆ ਫਿਰ ਪਰਮੇਸ਼ਵਰ ਆਪਣਾ ਹੱਥ ਪਿਛਾਂਹ ਹਟਾ ਲੈਂਦਾ ਔਰ ਫਿਰ ਸ਼ੈਤਾਨ ਆਪਣਾ ਕਬਜ਼ਾ ਵਧਾਉਣ ਲੱਗ ਪੈਂਦਾ। ਕਿਉਂਕਿ ਪਹਿਲਾ ਪਤਰਸ ਉਹਦੇ ਵਿੱਚ ਲਿਖਿਆ ਹੈ ਕਿ ਸ਼ੈਤਾਨ ਹਮੇਸ਼ਾ ਬੁੱਕਦੇ ਛੀਂ ਵਾਂਗੂ ਭਾਲਦਾ ਫਿਰਦਾ ਕਿ ਮੈਂ ਕਿਸ ਵੇਲੇ ਪਾੜ ਖਾਵਾਂ। ਉਹ ਮੌਕਾ ਵੇਖਦਾ ਹੈ ਕਿ ਕਿਹੜੇ ਵੇਲੇ ਇੱਕ ਵਿਸ਼ਵਾਸੀ ਪ੍ਰਭੂ ਯੀਸ਼ੂ ਦੀ ਹਜ਼ੂਰੀ ਵਿੱਚੋਂ ਬਾਹਰ ਨਿਕਲੇ, ਕੋਈ ਗਲਤੀ ਕਰੇ, ਉਹਦੇ ਤੋਂ ਆਪਣੀ ਦੂਰੀ ਬਣਾਵੇ। ਪਰਮੇਸ਼ਵਰ ਤੋਂ ਆਪਣੀ ਦੂਰੀ ਬਣਾਉਂਦਾ ਹੈ ਤੇ ਉਹ ਉਸ ਵੇਲੇ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਇੱਥੇ ਵੀ ਉਹ ਹੋਇਆ, ਉਹ ਪਰਮੇਸ਼ਵਰ ਦੀ ਹਜ਼ੂਰੀ ਚੋਂ ਬਾਹਰ ਨਿਕਲੇ ਆ ਔਰ ਉਹਨਾਂ ਦਾ ਨੁਕਸਾਨ ਹੋਇਆ। ਅੱਗੇ ਜਦੋਂ ਅਸੀਂ ਉਹ ਸਟੋਰੀ ਨੂੰ ਵੇਖਦੇ ਹਾਂ, ਜਦੋਂ ਫਿਰ ਵਾਪਸ ਉੱਥੇ ਤੋਂ ਆਪਣੇ ਬੈਤਲਹਿਮ ਸ਼ਹਿਰ ਵਿੱਚ ਵਾਪਸ ਹੁੰਦੀ ਹੈ, ਉਸ ਮੁਆਬ ਸ਼ਹਿਰ ਨੂੰ ਦੇਸ਼ ਨੂੰ ਛੱਡ ਕੇ ਫਿਰ ਆਪਣੇ ਬੈਤਲਹਿਮ ਯਹੂਦਾ ਦੇਸ਼ ਵਿੱਚ ਵਾਪਸ ਆਉਂਦੀ ਹੈ, ਤਾਂ ਉੱਥੇ ਪਰਮੇਸ਼ਵਰ ਨੇ ਉਹਨਾਂ ਜੀਵਨ ਦੇ ਵਿੱਚ ਫਿਰ ਕੰਮ ਕੀਤਾ ਹੈ। ਅਸੀਂ ਇਹਦਾ ਪੜਾਂਗੇ 4:13 ਵਿੱਚ। ਜਦੋਂ ਇਹ ਪੂਰੀ ਕਹਾਣੀ ਮੈਂ ਇਹਨੂੰ ਡੀਪਲੀ ਵਿੱਚ ਨਹੀਂ ਜਾਵਾਂਗਾ, ਉਹਦੇ ਵਿੱਚ ਬਸ ਅਸੀਂ ਵੇਖਾਂਗੇ ਕਿ ਰੂਥ ਦੀ ਜੀਵਨ ਵਿੱਚ ਕਿੱਦਾਂ ਕੰਮ ਹੋਇਆ। ਉਹ ਰੂਥ ਜੋ ਆਪਣੀ ਸੱਸ ਦੇ ਨਾਲ ਵਾਪਸ ਉਸ ਘਰ ਵਿੱਚ ਆਈ ਸੀ, ਉਸ ਦੇਸ਼ ਵਿੱਚ ਆਈ ਸੀ, ਕਿਉਂਕਿ ਉਹਨੇ ਵਿਸ਼ਵਾਸ ਦਿਖਾਇਆ। ਉਹਨੇ ਵਿਸ਼ਵਾਸ ਦਿਖਾਇਆ। 1:16 ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਕਿਉਂਕਿ ਨੌਮੀ ਨੇ ਕਿਹਾ ਕਿ ਤੁਸੀਂ ਆਪਣੇ ਪੇਕੇ ਚਲ ਜਾਓ, ਆਪਣੇ ਮਾਂ ਦੇ ਘਰ ਵਾਪਸ ਚਲ ਜਾਓ, ਪਰ ਇੱਕ ਆਰਪਾ ਜੋ ਇਹਦੀ ਇੱਕ ਨੂੰਹ ਸੀ ਉਹ ਆਪਣੇ ਪੇਕਿਆਂ ਦੇ ਘਰ ਵਾਪਸ ਚਲੀ ਜਾਂਦੀ ਹੈ। ਪਰ ਰੂਥ ਉਹ ਜਿੱਦ ਕਰਦੀ ਆ। 1:16 ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਪਰ ਰੂਥ ਬੋਲੀ, ਮੇਰੇ ਅੱਗੇ ਤਰਲੇ ਨਾ ਪਾ, ਜੋ ਮੈਂ ਤੈਨੂੰ ਇਕੱਲਿਆਂ ਛੱਡਾਂ ਅਤੇ ਮਗਰੋਂ ਮੁੜਾਂ, ਕਿਉਂ ਜੋ ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ ਤੇ ਜਿੱਥੇ ਤੂੰ ਰਹੇਂਗੀ ਉੱਥੇ ਹੀ ਮੈਂ ਰਹਾਂਗੀ। ਤੇਰੇ ਲੋਕ ਸੋ ਮੇਰੇ ਲੋਕ ਤੇ ਤੇਰਾ ਪਰਮੇਸ਼ਰ ਸੋ ਮੇਰਾ ਪਰਮੇਸ਼ਰ ਹੋਵੇਗਾ। ਰੂਥ ਨੇ ਪਰਮੇਸ਼ਰ ਦੇ ਉੱਤੇ ਭਰੋਸਾ ਜਤਾਇਆ, ਵਿਸ਼ਵਾਸ ਦਿਖਾਇਆ ਕਿ ਜੋ ਪਰਮੇਸ਼ਰ ਤੇਰਾ ਉਹੀ ਪਰਮੇਸ਼ਰ ਹੁਣ ਅੱਜ ਤੋਂ ਮੇਰਾ ਹੋਵੇਗਾ। ਜਿਹਦੀ ਆਰਾਧਨਾ ਤੂੰ ਕਰੇਂਗੀ ਉਹਦੀ ਆਰਾਧਨਾ ਹੀ ਮੈਂ ਕਰਾਂਗੀ। ਔਰ ਨੌਮੀ ਪਰਮੇਸ਼ਰ ਨੂੰ ਮੰਨਣ ਵਾਲੀ ਸੀ। ਉਸ ਵਿਸ਼ਵਾਸ ਦੇ ਜ਼ਰੀਏ ਉਹ ਉੱਥੇ ਵਾਪਸ ਆਈ ਹੈ ਔਰ ਉਸ ਵਿਸ਼ਵਾਸ ਦੇ ਜ਼ਰੀਏ ਅੱਗੇ ਜਦੋਂ ਕਹਾਣੀ ਵਿੱਚ ਵੇਖਦੇ ਹਾਂ ਤੇ ਪਰਮੇਸ਼ਰ ਨੇ ਜੀਵਨ 'ਚ ਬੜੇ ਵੱਡੇ ਕੰਮ ਕੀਤੇ। ਅਸੀਂ ਲਾਸਟ ਵਿੱਚ ਪੜਾਂਗੇ ਕਿ ਰੂਥ 4:13 ਇਹ 'ਚ ਲਿਖਿਆ ਹੈ ਕਿ ਤਾਂ ਤੀਵੀਆਂ ਨੇ ਨੌਮੀ ਨੂੰ ਆਖਿਆ, ਮੁਬਾਰਕ ਯਹੋਵਾ ਹੈ ਜਿਸ ਨੇ ਅੱਜ ਦੇ ਦਿਨ ਤੈਨੂੰ ਛਡਾਉਣ ਵਾਲੇ ਖੂਨੋਂ ਨਾ ਛੱਡਿਆ, ਜੋ ਉਸ ਦਾ ਨਾਮ ਇਸਰਾਇਲ ਵਿੱਚ ਉਜਾਗਰ ਹੋਵੇ, ਅਤੇ ਤੂੰ ਤੇਰੇ ਪ੍ਰਾਣਾਂ ਨੂੰ ਰੋਇਆ ਕਰੇਗੀ ਤੇ ਤੇਰੇ ਬੁਢਾਪੇ ਦਾ ਪਾਲਣ ਹਾਰਾ ਹੋਵੇਗਾ। ਤੇ ਕਿਉਂ ਜੋ ਤੇਰੀ ਨੂੰਹ ਨੇ ਤੈਨੂੰ ਚਾਹੁੰਦੀ ਹੈ, ਤੇਰੇ ਲਈ 7 ਪੁੱਤਰਾਂ ਨਾਲੋਂ ਚੰਗੀ ਹੈ, ਉਹਨੂੰ ਜਣੀ। ਕਿ ਇੱਥੇ ਇੱਕ ਬੇਟੇ ਨੂੰ ਜਨਮ ਦਿੰਦੀ ਹੈ। ਇੱਥੇ ਨੌਮੀ ਦੇ ਅੰਸ਼ ਨੂੰ ਉਹਨੇ ਅੱਗੇ ਵਧਾਇਆ ਔਰ ਉਹਦੀ ਦੇਖ ਰੇਖ ਕਰਨ ਵਾਸਤੇ ਨੌਮੀ ਹੈ। ਅੱਗੇ ਜਦੋਂ ਅਸੀਂ ਅੱਗੇ ਪੜ੍ਹਦੇ ਹਾਂ ਉਹਦੇ ਚ ਲਿਖਿਆ ਹੈ ਕਿ 17 ਦੇ ਵਿੱਚ, ਤਦ ਉਹਦੀਆਂ ਗੁਆਂਢਣਾਂ ਨੇ ਉਹਦਾ ਨਾਂ ਧਰ ਕੇ ਆਖਿਆ, ਨੌਮੀ ਦੇ ਲਈ ਪੁੱਤਰ ਜੰਮਿਆ ਅਤੇ ਉਹਨਾਂ ਨੇ ਉਸ ਦਾ ਨਾਂ ਉਬੇਦ ਰੱਖਿਆ। ਉਹ ਯੱਸੀ ਦਾ ਪਿਤਾ ਸੀ ਅਤੇ ਦਾਊਦ ਦਾ ਬਾਬਾ ਸੀ। ਉਹ ਦਾਊਦ ਰਾਜੇ ਦਾ ਦਾਦਾ ਸੀ ਜੋ ਉਬੇਦ ਸੀ, ਜੋ ਰੂਥ ਦੀ ਕੁੱਖੋਂ ਜੰਮਿਆ ਸੀ। ਉਹ ਦਾਊਦ ਦਾ ਦਾਦਾ ਸੀ। ਜਦੋਂ ਉਹਨੇ ਪਰਮੇਸ਼ਰ ਤੇ ਆਪਣਾ ਵਿਸ਼ਵਾਸ ਦਿਖਾਇਆ ਤਾਂ ਪਰਮੇਸ਼ਰ ਨੇ ਪ੍ਰਭੂ ਯੀਸ਼ੂ ਮਸੀਹ ਦੀ ਅੰਸ਼ ਵਿੱਚ ਉਸ ਨੂੰ ਸ਼ਾਮਿਲ ਕੀਤਾ। ਰੂਥ ਨੂੰ, ਜੋ ਇੱਕ ਮੁਆਬ ਦੀ, ਜੋ ਪਰਾਈ ਕੌਮ ਦੀ। ਅਸੀਂ ਵੇਖਦੇ ਹਾਂ ਜਦੋਂ ਕੋਈ ਪਰਾਈ ਕੌਮ ਦਾ ਕੋਈ ਵੀ ਅਵਿਸ਼ਵਾਸੀ ਬੰਦਾ ਜਦੋਂ ਪ੍ਰਭੂ ਯੀਸ਼ੂ ਦੇ ਉੱਤੇ ਵਿਸ਼ਵਾਸ ਦਿਖਾਉਂਦਾ ਹੈ ਤੇ ਪਰਮੇਸ਼ਰ ਦੇ ਜੀਵਨ 'ਚ ਕੰਮ ਕਰਦਾ ਹੈ। ਸਭ ਤੋਂ ਵੱਡੀ ਇੱਕ ਗੱਲ ਇਹ ਵੇਖਣ ਵਾਲੀ ਕਿ ਜਦੋਂ ਉਹਨਾਂ ਨੇ ਪਰਮੇਸ਼ਰ ਦੀ ਹਜ਼ੂਰੀ ਤੋਂ ਬਾਹਰ ਗਏ ਆ ਉਹਨਾਂ ਦਾ ਨੁਕਸਾਨ ਹੋਇਆ। ਔਰ ਜਦੋਂ ਫਿਰ ਵਾਪਸ ਪ੍ਰਭੂ ਯੀਸ਼ੂ ਮਸੀਹ ਦੀ ਹਜ਼ੂਰੀ ਵਿੱਚ ਵਾਪਸ ਆਏ ਆ ਤਾਂ ਉਹਨਾਂ ਦੀ ਜ਼ਿੰਦਗੀ ਫਿਰ ਦੁਬਾਰਾ ਬਹਾਲ ਹੋਈ ਆ। ਔਰ ਪਰਮੇਸ਼ਰ ਨੇ ਰੂਥ ਨੂੰ, ਜਿਹਨੇ ਵਿਸ਼ਵਾਸ ਦਿਖਾਇਆ,
ਉਹਨੂੰ ਪ੍ਰਭੂ ਯਿਸੂ ਮਸੀਹ ਦੇ ਅੰਸ਼ ਦਾ ਕੁੱਲ ਦਾ ਇੱਕ ਹਿੱਸਾ ਬਣਾਇਆ, ਕਿਉਂਕਿ ਦਾਊਦ ਦਾ ਜੋ ਦਾਦਾ ਸੀ ਉਹਦੀ ਕੁੱਖੋਂ ਹੀ ਜਨਮ ਲਿਆ। ਇਸ ਕਰਕੇ ਜਦੋਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚੋਂ ਬਾਹਰ ਜਾਂਦੇ ਹਾਂ, ਇਹਦੇ 'ਚ ਪਰਮੇਸ਼ਰ ਨਹੀਂ, ਸਾਡੀ ਆਪਣੀ ਗਲਤੀ ਨਹੀਂ, ਕਿਉਂਕਿ ਅਸੀਂ ਖੁਦ ਪਰਮੇਸ਼ਰ ਦੀ ਹਜ਼ੂਰੀ ਤੋਂ ਬਾਹਰ ਜਾਂਦੇ ਹਾਂ, ਜਿਹਦਾ ਸਾਨੂੰ ਖਾਮਿਆਜਾ ਭੁਗਤਣਾ ਪੈਂਦਾ। ਇੱਕ ਸਟੋਰੀ ਹੋਰ ਨਵੇਂ ਨਿਯਮ ਦੇ ਵਿੱਚ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਦੱਸੀ ਸੀ, ਲੂਕਾ 15 ਦਾ 11 ਤੋਂ 24 ਤੱਕ। ਲੂਕਾ 15 ਦਾ 11 ਤੋਂ 24। ਇਹ ਕਹਾਣੀ ਤਕਰੀਬਨ ਸਾਰਿਆਂ ਨੂੰ ਪਤਾ ਹੈ, ਉਜਾੜੂ ਪੁੱਤਰ ਦੀ। ਜਦੋਂ ਅਸੀਂ ਵੇਖਦੇ ਹਾਂ ਕਿ ਜੋ ਪੁੱਤਰ ਹੈ ਉਹਦਾ ਛੋਟਾ ਬੇਟਾ ਹੈ, ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਮੇਰਾ ਮਾਲ ਜੋ ਮੇਰਾ ਹਿੱਸਾ ਬਣਦਾ ਮੈਨੂੰ ਦੇ ਦੇ। ਤਾਂ ਉਸ ਦਾ ਪਿਤਾ ਜਿਹੜਾ ਹੈ ਉਹਨੂੰ ਪੂੰਜੀ ਵੰਡ ਦਿੰਦਾ ਹੈ। ਫਿਰ ਉਹ ਕੀ ਕਰਦਾ ਹੈ ਕਿ ਛੋਟਾ ਭਰਾ ਉਸ ਜਗ੍ਹਾ ਤੋਂ ਦੂਰ ਚਲਾ ਜਾਂਦਾ ਹੈ, ਆਪਣੇ ਪਿਤਾ ਦੇ ਘਰੋਂ ਬਾਹਰ ਚਲਾ ਜਾਂਦਾ ਹੈ, ਦੂਰ ਦੇਸ਼ ਤੇ ਲਿਖਿਆ ਦੂਰ ਦੇਸ਼ ਨੂੰ ਚਲਿਆ ਗਿਆ, ਉੱਥੇ ਆਪਣਾ ਮਾਲ ਵੱਧ ਚੱਲਣੇ ਨਾਲ ਉਡਾ ਦਿੱਤਾ। ਜਾਂ ਉਹ ਸਭ ਕੁਝ ਖਰਚ ਕਰ ਚੁੱਕਿਆ ਤਾਂ ਦੇਸ਼ ਵਿੱਚ ਵੱਡਾ ਕਾਲ ਪੈ ਗਿਆ। 15 ਦਾ 13 ਵਿੱਚ ਲਿਖਿਆ, 14 ਵਿੱਚ ਲਿਖਿਆ, ਜਾਂ ਉਹ ਸਭ ਕੁਝ ਖਰਚ ਕਰ ਚੁੱਕਿਆ ਤਾਂ ਉਸ ਦੇਸ਼ ਵਿੱਚ ਵੱਡਾ ਕਾਲ ਪੈ ਗਿਆ ਤਾਂ ਉਹ ਮੁਹਤਾਜ ਹੋਣ ਲੱਗਾ। ਇੱਥੇ ਵੀ ਸੇਮ ਉਹ ਗੱਲ ਆ, ਜਦੋਂ ਤੱਕ ਉਹ ਆਪਣੇ ਪਿਤਾ ਦੇ ਘਰ ਵਿੱਚ ਸੀ ਉਹ ਸੁਰੱਖਿਅਤ ਸੀ, ਕਿਉਂਕਿ ਸਭ ਕੁਝ ਸਹੀ ਸੀ, ਹਰ ਇੱਕ ਚੀਜ਼ ਉਹਦੇ ਕੋਲ ਸੀ। ਇੱਥੋਂ ਤੱਕ ਜਦੋਂ ਉਹਨੇ ਆਪਣੀ ਪੂੰਜੀ ਲੈ ਲਈ ਆ ਔਰ ਪਿਤਾ ਤੋਂ ਵੱਖ ਹੋ ਗਿਆ ਹੈ, ਦੂਰ ਦੇਸ਼ ਨੂੰ ਚਲਿਆ ਗਿਆ ਹੈ। ਸੇਮ ਉਹ ਸਟੋਰੀ ਹੈ ਕਿ ਜਦੋਂ ਪਰਮੇਸ਼ਰ ਦੀ ਹਜ਼ੂਰੀ ਵਿੱਚੋਂ ਬਾਹਰ ਨਿਕਲ ਜਾਂਦਾ, ਅਸੀਂ ਉਹ ਪਰਮੇਸ਼ਰ ਸਾਡਾ ਪਿਤਾ, ਉਹ ਅਸੀਂ ਜਦੋਂ ਆਪਣੇ ਪਿਤਾ ਦੀ ਹਜ਼ੂਰੀ ਵਿੱਚੋਂ ਬਾਹਰ ਨਿਕਲ ਜਾਂਦੇ, ਦੂਰ ਚਲੇ ਜਾਂਦੇ ਹਾਂ, ਅਸੀਂ ਜਿੰਨੇ ਮਰਜ਼ੀ ਉન્નਤੀ ਵਾਲੇ ਹੋਈਏ ਅਸੀਂ ਕੁਝ ਨਹੀਂ ਕਰ ਸਕਦੇ। ਅਸੀਂ ਉਤਾਂ ਹੀ ਠਾਂ ਜਾਵਾਂਗੇ, ਪਰਮੇਸ਼ਰ ਦੀ ਹਜ਼ੂਰੀ ਵਿੱਚ ਬਣੇ ਰਵਾਂਗੇ ਤੇ ਸਭ ਕੁਝ ਕਰ ਸਕਦੇ ਹਾਂ। ਯੋਹੰਨਾ 15 ਅਧਿਆਇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੇਥੋਂ ਵੱਖਰੇ ਹੋ ਕੇ ਤੁਸੀਂ ਕੁਝ ਵੀ ਕਰ ਨਹੀਂ ਸਕਦੇ। ਅਸੀਂ ਪ੍ਰਭੂ ਯਿਸੂ ਮਸੀਹ ਤੋਂ ਬਿਨਾਂ ਕੁਝ ਕਰ ਹੀ ਨਹੀਂ ਸਕਦੇ। ਅਸੀਂ ਪ੍ਰਭੂ ਯਿਸੂ ਮਸੀਹ ਤੋਂ ਜਿੰਨਾ ਦੂਰ ਜਾਵਾਂਗੇ ਸਾਡਾ ਓਨਾ ਹੀ ਨੁਕਸਾਨ ਵਾਲੀ ਗੱਲ ਹੈ। ਅਸੀਂ ਆਤਮਿਕ ਤੌਰ ਤੇ ਵੀ ਡਿੱਗਾਂਗੇ ਔਰ ਸੰਸਾਰਿਕ ਤੌਰ ਤੇ। ਇੱਥੇ ਦੇਖਿਆ ਜਾਏ ਤਾਂ ਇੱਕ ਬੱਚਾ ਆਪਣੇ ਪਿਤਾ ਤੋਂ ਦੂਰ ਜਾਂਦਾ ਹੈ, ਦੂਰ ਦੇਸ਼ ਨੂੰ ਚਲ ਗਿਆ, ਸਾਰੀ ਕਮਾਈ ਉਹਦੇ ਕੋਲ ਸੀ, ਪਰ ਫਿਰ ਵੀ ਉਹ ਸਭ ਕੁਝ ਖਰਚ ਕਰ ਚੁੱਕਾ। ਇਹੋ ਜਿਹੇ ਹਾਲਾਤ ਹੋ ਗਏ ਕਿ ਉਹਨਾਂ ਸੂਰਾਂ ਦਾ ਖਾਣਾ ਖਾਣ ਦੇ ਲਈ ਵੀ ਉਹ ਤਰਸਣ ਲੱਗ ਪਿਆ। ਔਰ ਫਿਰ ਜਦੋਂ ਅਸੀਂ ਵੇਖਦੇ ਹਾਂ ਕਿ ਜਦੋਂ ਉਹਨੂੰ ਹੋਸ਼ ਹੁੰਦੀ ਹੈ ਤਾਂ ਉਹ ਦੇਖਦਾ ਕਿ ਮੇਰੇ ਪਿਤਾ ਦੇ ਘਰ ਵਿੱਚ ਇੰਨੇ ਨੌਕਰ ਹੈ, ਉਹ ਰੱਜ ਕੇ ਰੋਟੀ ਖਾਂਦੇ ਤੇ ਮੈਂ ਇੱਥੇ ਭੁੱਖਾ ਮਰਨ ਡਿਆ। ਮੈਂ ਆਪਣੇ ਪਿਤਾ ਕੋਲ ਜਾਵਾਂਗਾ ਤੇ ਮਾਫੀ ਮੰਗਾਂਗਾ ਔਰ ਕਹਾਂਗਾ ਕਿ ਮੈਂ ਤੁਹਾਡੇ ਨੌਕਰਾਂ ਦੀ, ਮੈਨੂੰ ਆਪਣੇ ਨੌਕਰਾਂ ਦੀ ਜਗ੍ਹਾ ਤੇ ਰੱਖ ਲਓ, ਕਿਉਂਕਿ ਮੈਂ ਤੁਹਾਡੇ ਪੁੱਤਰ ਕਹਾਉਣ ਦਾ ਯੋਗ ਨਹੀਂ ਹੈ। ਤੋ ਜਦੋਂ ਉਹ ਫਿਰ ਪਿਤਾ ਕੋਲ ਵਾਪਸ ਆਉਂਦਾ ਤਾਂ ਪਿਤਾ ਉਹਨੂੰ ਫਿਰ ਉਹੀ ਅਧਿਕਾਰ ਦਿੰਦਾ ਹੈ ਜੋ ਉਹਨੂੰ ਉਹਦੇ ਕੋਲ ਪਹਿਲੋਂ ਅਧਿਕਾਰ ਸੀ। ਸੋ ਦੇਖਿਆ ਜਾਵੇ ਤੇ ਜਦੋਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਵਾਪਸ ਫੇਰ ਆਉਂਦੇ ਹਾਂ, ਪਿਤਾ ਪਰਮੇਸ਼ਰ ਸਾਡੀ ਉਡੀਕ ਕਰਦਾ ਹੈ। ਬਾਈਬਲ ਕਹਿੰਦੀ ਹੈ ਕਿ ਜਦੋਂ ਪਿਤਾ ਨੇ ਆਪਣੇ ਬੱਚਿਆਂ ਨੂੰ ਦੂਰ ਹੁੰਦਿਆਂ ਦੇਖਿਆ ਤਾਂ ਪਿਤਾ ਭੱਜ ਕੇ ਗਿਆ ਤਾਂ ਉਹਨੂੰ ਗਲ ਨਾਲ ਲਾਇਆ। ਪਰ ਪਿਤਾ ਕਦੀ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਮੇਰੇ ਤੋਂ ਦੂਰ ਜਾਵੇ। ਇੱਥੇ ਵੀ ਬੱਚਾ ਆਪਣੇ ਪਿਤਾ ਤੋਂ ਖੁਦ ਦੂਰ ਗਿਆ ਹੈ, ਨਾ ਕਿ ਪਿਤਾ ਨੇ ਉਹਨੂੰ ਕਿਹਾ ਕਿ ਮੇਰੇ ਤੋਂ ਦੂਰ ਹੋ ਜਾ। ਪਿਤਾ ਪਰਮੇਸ਼ਰ ਸਾਨੂੰ ਆਪਣੇ ਤੋਂ ਕਦੀ ਦੂਰ ਨਹੀਂ ਵੇਖਣਾ ਚਾਹੁੰਦੇ। ਉਹ ਹਮੇਸ਼ਾ ਚਾਹੁੰਦੇ ਆ ਕਿ ਅਸੀਂ ਪਿਤਾ ਦੀ ਹਜ਼ੂਰੀ ਵਿੱਚ ਬਣੇ ਰਹੀਏ, ਉਹਦੀ ਸ਼ਦਾ ਛਾਇਆ ਵਿੱਚ ਬਣੇ ਰਹੀਏ, ਤਾਂ ਕਿ ਅਸੀਂ ਸੁਰੱਖਿਅਤ ਰਹੀਏ। 91 ਨੰਬਰ ਜ਼ਬੂਰ ਵਿੱਚ ਵੀ ਜਦੋਂ ਅਸੀਂ ਪੜ੍ਹਦੇ ਹਾਂ 91 ਦਾ 1 ਤੇ ਜ਼ਬੂਰ 91 ਕਾਨੂੰਨ ਦੇ ਜਿਹੜਾ ਆਤਮਹਾਨ ਦੀ ਓਟ ਵਿੱਚ ਵਸਦਾ ਹੈ ਉਹ ਸਰਵ ਸ਼ਕਤੀਮਾਨ ਦੇ ਸਾਏ ਹੇਠ ਟਿਕੇਗਾ। ਬਾਈਬਲ ਕਹਿੰਦੀ ਹੈ ਜਿਹੜਾ ਆਤਮਹਾਨ ਦੀ ਓਟ ਵਿੱਚ ਵਸਦਾ ਹੈ ਉਹ ਸਰਵ ਸ਼ਕਤੀਮਾਨ ਦੇ ਸਾਏ ਹੇਠ ਟਿਕੇਗਾ, ਉਹ ਟਿਕਿਆ ਰਹੇਗਾ, ਸੁਰੱਖਿਅਤ ਰਹੇਗਾ। ਜਿਹੜਾ ਆਪਣਾ ਭਰੋਸਾ ਪਰਮੇਸ਼ਰ ਦੇ ਉੱਤੇ ਰੱਖਦਾ ਹੈ, ਜਿਹੜਾ ਉਹਦੀ ਹਜ਼ੂਰੀ ਵਿੱਚ ਬਣਿਆ ਰਹਿੰਦਾ ਹੈ, ਲਿਖਿਆ ਆਤਮਹਾਨ ਦੀ ਓਟ ਵਿੱਚ ਵਸਦਾ ਹੈ ਔਰ ਉਹੀ ਉਹਦੇ ਸਾਏ ਹੇਠ ਟਿਕੇਗਾ।
ਨੌਵੀਂ ਉਦੋਂ ਦੇ ਪਰਿਵਾਰ ਨੇ ਪ੍ਰੀਖਿਆ ਆਈ, ਵਿਸ਼ਵਾਸ ਤੋਂ ਡਗਮਗਾਏ, ਬਾਹਰ ਗਏ, ਉਹ ਨੁਕਸਾਨ ਹੋਇਆ। ਜਦੋਂ ਵਾਪਸ ਆਏ ਬਹਾਲੀ ਹੋਈ। ਇਸੇ ਤਰ੍ਹਾਂ ਪੁੱਤਰ ਦੇ ਨਾਲ ਹੋਇਆ। ਉਜਾੜੂ ਪੁੱਤਰ ਉਜਾੜ ਕੇ ਆਇਆ, ਦੂਰ ਗਿਆ, ਉਜਾੜ ਗਿਆ। ਜਦੋਂ ਵਾਪਸ ਆਇਆ ਉਹੋ ਹੀ ਅਧਿਕਾਰ ਨੂੰ ਫਿਰ ਵਾਪਸ ਮਿਲੇ, ਕਿਉਂਕਿ ਪਿਤਾ ਪਰਮੇਸ਼ਰ ਕਦੀ ਕਿਸੇ ਨੂੰ ਆਪਣੇ ਤੋਂ ਦੂਰ ਹੋਣਾ ਨਹੀਂ ਚਾਹੁੰਦੇ, ਨਹੀਂ ਕਰਨਾ ਚਾਹੁੰਦੇ। ਅਸੀਂ ਖੁਦ ਪਰਮੇਸ਼ਰ ਤੋਂ ਦੂਰੀ ਬਣਾਉਂਦੇ ਹਾਂ, ਖੁਦ ਪਰਮੇਸ਼ਰ ਦੀ ਹਜ਼ੂਰੀ ਤੋਂ ਬਾਹਰ ਜਾਂਦੇ ਹਾਂ, ਜਿਹਦਾ ਖਾਮਿਆਜ਼ਾ ਸਾਨੂੰ ਭੁਗਤਣਾ ਪੈਂਦਾ। ਉਹ ਸਭ ਤੋਂ ਵੱਡਾ ਖਾਮਿਆਜ਼ਾ ਇਹ ਹੈ, ਜਦੋਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਤੋਂ ਹਮੇਸ਼ਾ ਬਾਹਰ ਰਵਾਂਗੇ, ਸ਼ੈਤਾਨ ਹਮੇਸ਼ਾ ਸਾਡੇ ਤੇ ਅਟੈਕ ਕਰੇਗਾ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਕਿ ਪਰਮੇਸ਼ਰ ਦੀ ਹਜ਼ੂਰੀ ਵਿੱਚ ਹਮੇਸ਼ਾ ਬਣੇ ਰਹੀਏ, ਪਰਮੇਸ਼ਰ ਦੀ ਨਾਲ ਸੰਗਤੀ ਕਰਦੇ ਰਹੀਏ, ਪਰਮੇਸ਼ਰ ਦੇ ਨਾਲ ਆਰਾਧਨਾ, ਪਰਮੇਸ਼ਰ ਦੀ ਮਹਿਮਾ ਸਤੁਤੀ ਕਰਦੇ ਰਹੀਏ, ਉਹਦੇ ਨਾਲ ਸੰਗਤੀ ਕਰਦੇ, ਵੱਧ ਤੋਂ ਵੱਧ ਸਮਾਂ ਪਰਮੇਸ਼ਰ ਨੂੰ ਦਈਏ। ਇਹ ਅੰਤ ਦਾ ਸਮਾਂ ਹੈ, ਸੋ ਸਾਨੂੰ ਹੋਰ ਚਾਹੀਦਾ ਹੈ ਕਿ ਅਸੀਂ ਪਰਮੇਸ਼ਰ ਦੇ ਨਾਲ ਵੱਧ ਤੋਂ ਵੱਧ ਜੁੜ ਕੇ ਰਹੀਏ। ਇਹੋ ਸਾਡੀ ਜ਼ਿੰਦਗੀ ਦੇ ਲਈ ਵਧੀਆ ਔਰ ਚੰਗਾ ਹੈ, ਔਰ ਪਰਮੇਸ਼ਰ ਵੀ ਸਾਡੇ ਤੋਂ ਇਹੋ ਹੀ ਉਮੀਦ ਰੱਖਦੇ ਆ ਕਿ ਅਸੀਂ ਹਮੇਸ਼ਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਬਣੇ ਰਹੀਏ। ਸੋ ਅੱਜ ਦਾ ਵਚਨ ਇਹੋ ਹੀ ਕਿ ਜਦੋਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਰਹਿੰਦੇ ਹਾਂ ਤਾਂ ਅਸੀਂ ਸੁਰੱਖਿਅਤ ਰਹਿੰਦੇ ਹਾਂ, ਹਰ ਪਾਸੋਂ ਸੁਰੱਖਿਅਤ ਰਹਿੰਦੇ ਹਾਂ, ਔਰ ਇੱਕ ਆਸ ਹੁੰਦੀ ਹੈ ਸਾਨੂੰ ਕਿ ਅਸੀਂ ਸਵਰਗ ਵਿੱਚ ਜਾਣਾ ਹੈ। ਔਰ ਜਦੋਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਤੋਂ ਬਾਹਰ ਹੁੰਦੇ ਹਾਂ, ਫਿਰ ਅਸੀਂ ਉਹ ਆਸ ਵੀ ਗਵਾ ਦਿੰਦੇ ਹਾਂ, ਫਿਰ ਸ਼ੈਤਾਨ ਵੀ ਸਾਡੇ ਤੇ ਅਟੈਕ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਕੋਸ਼ਿਸ਼ ਕਰੀਏ ਕਿ ਪਰਮੇਸ਼ਰ ਦੀ ਹਜ਼ੂਰੀ ਵਿੱਚ ਹਮੇਸ਼ਾ ਬਣੇ ਰਹੀਏ। ਅੱਜ ਦਾ ਵਚਨ ਪੜ੍ਹੇ ਔਰ ਸੁਣੇ ਜਾਂਦੇ ਸਭ ਨੂੰ ਆਸ਼ੀਸ਼ ਔਰ ਬਰਕਤ ਮਿਲੇ। ਸਾਰਿਆਂ ਨੂੰ ਜੈ ਮਸੀਹ।